ਗਿਆ ਡਿਲੀਟ ਕਰ। ਉਸ ਤੋਂ ਬਾਅਦ ਤੁਸੀਂ ਫਿਰ ਪੁਲਿਸ ਨੂੰ ਰਿਪੋਰਟ ਕੀਤੀ? ਨਹੀਂ ਪੁਲਿਸ ਨੂੰ ਰਿਪੋਰਟ ਜੇ ਕਤਲ ਹੋਈ ਉਦੋਂ ਕੀਤੀ। ਕਤਲ ਤੇ ਹਾਂਜੀ ਹਾਂਜੀ ਕਤਲ ਕੀਤੀ ਉਦੋਂ ਫਿਰ ਮੈਂ ਪਤਾ ਮਗਰ ਗਈ ਹਾਂ ਤਾਂ ਮੈਂ ਮਕਾਨ ਨਹੀਂ ਸੀ ਲੱਭਦਾ। ਫਿਰ ਬੂਟਾ ਡੀਲਰ ਉਹਨੇ ਮਕਾਨ ਲੈ ਕੇ ਦਿੱਤਾ ਸੀ ਤਾਂ ਉਹਦੇ ਕੋਲ ਅਸੀਂ ਗਏ ਹਾਂ। ਉਹਨੇ ਆ ਕੇ ਮਕਾਨ ਕੱਲ੍ਹ ਦਾ ਛੱਡ ਗਿਆ। ਜੇ ਗਏ ਉਧਰ ਜਨਾਨੀਆਂ ਵਾਪਸੀ ਆ ਰਹੀਆਂ ਸਨ ਜੀ। ਰਾਤ ਦੀ ਜਨਾਨੀ ਕਤਲ ਹੋਈ ਹੈ ਉਹਨੂੰ ਕਿ ਚੁੱਕ ਲਓ ਵੇਖੋ। ਜੇ ਮੈਂ ਗਈ ਤਾਂ ਮੈਂ ਰੁਲਦੇ ਤੋਂ ਸਿਆਣ ਲਈ ਮੈਂ ਕਹੇ ਤਾਂ ਸਮਝਾ ਪਈ ਇਕਰਾ ਦੀ ਅੰਮੀ। ਉਹ ਫਿਰ ਮੈਂ ਇਹਨੂੰ ਫੋਨ ਕੀਤਾ ਭਾਈ ਨੇ। ਮੈਂ ਕਿਹਾ ਭਾਈ ਆ ਗੱਲ ਸਮਝਾ ਕਤਲ ਹੋ ਗਈ। ਇਹਨੇ ਆਖਿਆ ਐਵੇਂ ਮੈਂ ਕਿਹਾ ਐਵੇਂ ਘਰ ਆ ਕੇ ਵੇਖੋ ਦੂਜੇ ਤੋਂ ਮੈਂ ਸਿਆਣੀ ਤੇ ਫਿਰ ਇਹ ਵੀ ਗਿਆ ਉਹਦੇ ਪੁਲਿਸ ਨੂੰ ਪਤਾ ਲੱਗ ਗਿਆ। ਬੂਟਾ ਡੀਲਰ ਨੂੰ ਫੜਿਆ ਸੀ ਪੁਲਿਸ ਵਾਲਿਆਂ ਨੇ। ਉਹਨੇ ਆਖਿਆ ਸੀ ਵੀ ਆ ਤੇਰੇ ਤੂੰ ਕੁਆਟਰ ਚ ਬਾਇਆ ਤੈਨੂੰ ਪਤਾ ਨਹੀਂ ਸੀ ਮੈਨੂੰ ਕਤਲ ਕਰ ਲੈਣਾ। ਉਹ ਫਿਰ ਬੂਟਾ ਫੜਿਆ ਰਿਹਾ ਇੱਥੇ ਥਾਣੇ ਰਿਹਾ। ਮੇਰੇ ਕੋਲ 2 ਲੱਖ ਦਾ ਕਿ ਲੱਖ ਦਾ ਜ਼ਮਾਨਤ ਦੇ ਕੇ ਨਿਕਲਿਆ। ਉਹਨੂੰ ਬੂਟਾ ਨੂੰ ਸਾਰਾ ਪਤਾ ਕਿਉਂਕਿ ਬੂਟੇ ਦੀ ਜਗ੍ਹਾ ਤੇ ਪਈ ਸੀ। ਹਾਂਜੀ ਹਾਂਜੀ ਉਹਦੇ ਕੁਆਟਰ ਤੇ ਸੀ। ਤੁਸੀਂ ਕੀ ਲੱਗਦੇ ਹੋ ਜੀ ਸਮੀਆ ਦੇ? ਮੈਂ ਬਣਵਾਈਆ ਹੀ ਲੱਗਣਾ ਹੁੰਦਾ। ਤੇ ਕੀ ਤੁਹਾਡੇ ਸਾਹਮਣੇ ਕਦੋਂ ਮਾਮਲਾ ਆਇਆ? ਇਹ ਮੇਰੇ ਮੌਕੇ ਤੇ ਮੈਨੂੰ ਬਾਜੀ ਨੇ ਫੋਨ ਕੀਤਾ। ਮੈਂ ਮੌਕੇ ਤੇ ਗਿਆ ਜਾਂਦਿਆਂ ਕਤਲ ਹੋਈ ਪਈ ਸੀ। ਥਾਣੇਦਾਰ ਸਨ 2-3 ਵਾਕਫ ਸਨ। ਉਹਨਾਂ ਫਿਰ ਮੈਨੂੰ ਪੁੱਛਿਆ ਵੀ ਕੌਣ? ਮੈਂ ਮੇਰੇ ਸਹੁਰੇ ਪਿੰਡ ਦੀ। ਉੱਥੇ ਵਕੂਆ ਫਿਰ ਅੱਗੇ ਚੱਲਿਆ ਸੀ। ਮੈਂ ਮੌਕੇ ਤੇ ਛਾਤੀ ਬਣਾਇਆ ਸੀ ਮੈਨੂੰ। ਮੈਂ ਮੌਕੇ ਤੇ ਛਾਤੀ ਵੀ ਹਾਂ। ਅੱਗੇ ਫਿਰ ਰੇਟਾ ਰੂਟਾ ਕਰਦੇ ਰਹੇ ਨਹੀਂ ਸਾਡੇ ਹੱਥੀ ਆ। ਅੱਗੇ ਪਿੱਛੇ ਹੋ ਜਾਂਦਾ ਸੀ? ਅੱਗੇ ਪਿੱਛੇ ਸੀ ਸਾਡੇ। ਇਹਦੀ ਫੈਮਿਲੀ ਕਿੱਥੇ ਰਹਿੰਦੀ ਸੀ? ਫੈਮਿਲੀ ਇਹਦਾ ਪੁੱਤਰ ਲਿਆਂਦਾ ਸੀ ਫੜ ਕੇ ਅਸੀਂ ਹਾਸਲਪੁਰੋਂ। ਉਹ 15-16 ਦਿਨ ਰਿਹਾ ਤੇ ਉਹਨੇ ਕਿਹਾ ਜੀ ਮੇਰਾ ਕੋਈ ਬੋਲ ਚਾਲ ਨਹੀਂ ਤੇ ਨਾ ਮੈਂ ਇਹਦੇ ਨਾਲ ਮੇਰਾ ਕੋਈ ਤਲਕ ਹੈ। ਉਹ ਫਿਰ ਇਸ ਤਰ੍ਹਾਂ ਕਰ ਕਰਾ ਕੇ ਤੇ ਪੁਲਿਸ ਵਾਲੇ ਫਿਰ ਛੱਡ ਦਿੱਤਾ। ਹੁਣ ਉਹ ਪੁੱਤਰ ਮਗਰ ਆ ਗਏ ਸਿਫਾਰਿਸ਼ ਕਰਨ ਵਾਸਤੇ। ਇਹ ਅੱਗੇ ਚੱਲਦੀਆਂ ਨੇ ਬਈ ਹੁਣ ਵੇਖੋ ਜਿਵੇਂ ਅੱਲਾ ਨਹੀਂ ਤੇ ਇਹ ਜਦੋਂ 2014 ਦੀ ਗੱਲ ਹੈ ਤੇ ਉਹ 2014 ਚ ਉਸ ਤੋਂ ਬਾਅਦ ਤੁਸੀਂ ਰੇਡ ਕੀਤੀਆਂ ਨੇ ਪੁਲਿਸ ਦੇ ਨਾਲ ਮਿਲ ਕੇ? ਪੁਲਿਸ ਦੇ ਨਾਲ ਮੈਂ ਰਲ ਕੇ ਰੇਡਾਂ ਕੀਤੀਆਂ ਨੇ। ਕਿੱਥੇ ਕਿੱਥੇ ਲੱਭਦਾ ਰਿਹਾ? ਲੋਕੇਸ਼ਨ ਕੀ ਕੀ? ਪੁਰ ਵੀ ਗਿਆ ਵਾਂ। ਫਿਰ ਇੱਧਰ ਆਪਣਾ ਕੰਗਣਪੁਰ ਵਾਲੇ ਵੀ ਗਏ ਅਸੀਂ। ਫਿਰ ਉਜਰੇ ਵਾਲੀ ਸਾਈਡ ਤੇ ਵੀ ਰੇਡ ਕੀਤੀ ਹੈ। ਉੱਥੋਂ ਫਿਰ ਭੱਜ ਭੁੱਜ ਜਾਂਦੇ ਹਨ ਨਹੀਂ ਸਰਪੜੀ 'ਚ। ਵੈਸੇ ਇਹ ਹਾਸਲਪੁਰ ਦਾ ਇਹਨੇ ਕਾਰਡ ਦਾ ਸ਼ਨਾਖਤੀ ਕਾਰਡ ਜਿਹੜਾ ਬਾਬਲ ਨਗਰ ਦਾ। ਸ਼ਨਾਖਤੀ ਕਾਰਡ ਬਾਬਲ। ਹਾਂਜੀ ਠੀਕ। ਇੱਥੇ ਕੰਮ ਕਰਨ ਆਇਆ ਸੀ? ਇੱਥੇ ਕੰਮ ਕਰਦਾ ਸਿਕਿਉਰਟੀ ਆਪਣਾ ਗਾਰਡ ਸੀ। ਇਹਨੇ ਪੈਸੇ ਪੂਸੇ ਲਏ ਸੀ ਸਮੀਆ ਤੋਂ? ਪੈਸੇ ਲਏ ਸੀ? ਆਹ ਪੈਸੇ 8000 ਰੁਪਏ ਲਿਆ। 8000? ਜਿੰਨੇ ਜੋ 2000 ਰੁਪਏ ਉਸ ਬੱਚੀ ਨੂੰ ਦੇ ਦਿੱਤਾ ਸੀ ਵਾਪਸ ਲੈ ਸੀ। ਤੇ ਚੌਂਕੀ ਵਾਲੀ ਪੁਲਿਸ ਤੋਂ ਕਰਾਚੀ ਪੁਲਿਸ ਤੋਂ ਫਿਰ ਅੰਦਰ ਗਿਆ ਮੈਂ ਜਾ ਕੇ। ਇੰਨਾ ਗਹਿਰਾ ਇਹਦੇ ਨਾਲ ਤਾਲੁਕ ਕਿਵੇਂ ਬਣਿਆ ਕਿ ਇਹਨੇ ਬੱਚੀ ਵੀ ਵੇਚਤੀ ਸਮੀਆ ਦੀ? ਕੋਈ ਤਲਕ ਸੀ ਇਹਦਾ। ਐਵੇਂ ਝੂਠ ਕਿਉਂ ਮਾਰ ਗਈ ਸਮੀਆ ਨਾਲ? ਹਾਂਜੀ ਤਲਕ ਦੇ ਬਣਾ ਦੇ ਕੰਮ ਚੱਲਿਆ। ਨਜਾਇਜ਼ ਤਾਲੁਕ? ਨਜਾਇਜ਼ ਤਲਕ ਸੀ। ਉਸ ਤੋਂ ਬਾਅਦ ਇਹਨੇ ਉਹ ਬੱਚੀ ਵੀ ਵੇਚਤੀ ਸਮੀਆ? ਬੱਚੀ ਵੀ ਵੇਚ ਦਿੱਤੀ। ਬੱਚੀ ਵਾਪਸ ਆ ਗਈ। ਫਿਰ ਇੱਥੇ ਆਣ ਕੇ ਸਹੀ ਸਰਕਟ ਨਾਲ ਚੱਲਦਾ ਰਿਹਾ। ਫਿਰ 8000 ਤੋਂ ਰੌਲੇ ਤੋਂ ਇਹਨੇ ਮਾਰੀ। 8000 ਦਾ ਰੌਲਾ ਕਨਫਰਮ ਹੈਗਾ ਜਾਂ ਕੋਈ ਹੋਰ ਤਾਲੁਕ? 8000 ਦਾ ਰੌਲਾ ਜਿੰਦਾ ਜੋ ਬੱਚੀ ਨੇ ਵੀ ਮੈਨੂੰ ਦੱਸਿਆ ਵੀ ਮਾਮੂ ਇਹ 8000 ਲੈਣਾ ਸੀ। 2 ਇਹਨੇ ਵਾਪਸ ਦੇ ਦਿੱਤਾ ਵੀ ਤੂੰ ਆ 2 ਲਾਇਆ ਤੇ ਤੂੰ ਚੱਲ ਘਰ ਨੂੰ ਤੇ ਤੇਰੀ ਮਾਂ ਨੂੰ ਮੈਂ 6000 ਦੇ ਕੇ ਤੇ ਘੱਲ ਦੇਣਾ। ਇਹ ਰਾਤ 8 ਵਜੇ ਦਾ ਵਾਕਿਆ ਸੀ। ਬੱਚੀ ਆ ਗਈ ਤੇ ਬਾਅਦ ਚ ਮਾਰ ਦਿੱਤਾ? ਬਾਅਦ ਵਿੱਚ ਮਾਰ ਦਿੱਤਾ। ਬੱਚੀ ਨੂੰ ਭੇਜ? ਹਾਂ ਆਪਣੇ ਕੁਆਟਰ ਤੇ ਲੈ ਗਿਆ। ਨਾਲ ਇਹਦੀ ਬੀਵੀ ਸੀ ਇਹਦੀ ਸਾਕ ਦੀ। ਇਹ ਦੋਵੇਂ ਇਕੱਠੇ ਹੀ ਫਿਰ ਤਿੰਨੇ ਗਏ ਨੇ ਤੇ ਅੱਗੇ ਜਾ ਕੇ ਨਾ ਤਿੰਨਾਂ ਨੇ ਕੰਮ ਦੋਵਾਂ ਮੀਆਂ ਬੀਵੀ ਨੇ ਕੰਮ ਕੀਤਾ ਹੈ। ਤੇ ਤੁਹਾਨੂੰ ਕਦੋਂ ਪਤਾ ਚੱਲਿਆ? ਸਭ ਮੈਨੂੰ ਅੱਗੋਂ ਦਿਨ ਤੇ ਪਤਾ ਲੱਗਾ। ਤੁਸੀਂ ਇੱਥੇ ਆਏ? ਹਾਂ ਮੈਂ ਮੌਕੇ ਤੇ ਗਿਆ। ਤੇ ਵੇ ਕੀ ਕਾਰਵਾਈ ਕੀ? ਅੱਗੇ ਕਾਰਵਾਈ ਥਾਣੇਦਾਰਾਂ ਨੇ ਫੜਿਆ ਸੀ ਤੇ ਉਹ ਕੰਮ ਚੱਲਿਆ ਸੀ। ਤੇ ਫਿਰ ਉਹਨਾਂ ਮੈਂ ਮੌਕੇ ਤੇ ਆਇਆ ਇੱਥੇ ਤੇ ਇੱਥੋਂ ਆਣ ਕੇ ਤੇ ਇੱਥੋਂ ਫਿਰ ਕੰਮ ਬਣਿਆ। ਫਿਰ ਮੈਂ ਮੌਕੇ ਤੇ ਆਇਆ। ਫਿਰ ਮੈਂ ਪੋਸਟਮਾਰਟਮ ਵੀ ਹਸਪੀਟਲ ਵੀ ਮੈਂ ਗਿਆ। ਪੋਸਟਮਾਰਟਮ ਚ ਕੀ ਡੰਡੇ ਮਾਰੇ ਨੇ? ਹਾਂਜੀ ਡੰਡੇ ਮਾਰੇ ਤੇ ਡੰਡਾ ਇੱਥੇ ਸੰਗੀ ਦੇ ਪਾਇਆ। ਡੰਡੇ ਨਾਲ ਨਾ ਹਾਂਜੀ ਨਹੀਂ ਡੰਡਾ ਉੱਥੇ ਰੱਖਿਆ। ਹਾਂਜੀ ਡੰਡਾ ਨਾ ਹੈਗਾ ਹੀ ਦਸਤਾ ਐਡਾ ਕੁਹਾੜੀ ਦਾ। ਉਹ ਐਂ ਸੰਗੀ ਤੇ ਰੱਖਿਆ ਉਹਦੇ ਤੋਂ ਮਰੀ। ਇਹਦੇ ਚ ਬੂਟੇ ਦਾ ਕੀ ਕਿਰਦਾਰ ਸੀ? ਬੂਟੇ ਦਾ ਕਿਰਦਾਰ ਇਹ ਵੀ ਉਹਨੇ ਮਕਾਨ ਲੈ ਕੇ ਦਿੱਤਾ ਸੀ ਕਿਰਾਏ ਤੇ। ਉਹਨੂੰ ਇਹ ਵਾਸਤੇ ਉਹਨਾਂ ਕੋਲ ਪੁਲਿਸ ਵਾਲਾ ਫੜਿਆ ਸੀ ਵੀ ਤੂੰ ਉਹਦੇ ਕੋਲ ਪੂਰੀ ਛੁਣ ਕਰਕੇ ਕਿਉਂ ਨਹੀਂ ਲਿਆ ਕੇ ਦਿੱਤਾ। ਤੇ ਤੁਸੀਂ ਕਦੇ ਸਮੀਆ ਨੂੰ ਰੋਕਿਆ ਨਹੀਂ ਕਿ ਨਜਾਇਜ਼ ਤਾਲੁਕਾਤ ਨਾ ਬਣਾਵੇ ਬੰਦਾ? ਠੀਕ। ਇਹਨੇ ਮੈਂ ਗਾਲਾਂ ਕੱਢੀਆਂ ਸੀ ਉਹਨੂੰ। ਮੈਂ ਕਿਹਾ ਤੂੰ ਬੰਦੇ ਦੀ ਪੁੱਤਰ ਬਣ ਜਾ। ਤੇ ਸਮੀਆ ਦੇ ਹਸਬੈਂਡ ਫੌਤ ਹੋਇਆ ਸੀ? ਨਹੀਂ ਕੋਈ ਉਹ ਉਹਦੇ ਨਾਲ ਮੇਰੀ ਸੁਬਾਹ ਗੱਲ ਹੋਈ। ਉਹ ਵੀ ਸੁਬਾਹ ਆ ਰਿਹਾ। ਨਹੀਂ ਤੇ ਉਹ ਨਾਲ ਇਕੱਠੇ ਨਹੀਂ ਰਹਿੰਦੇ ਸੀ? ਨਹੀਂ ਉਹ ਫੈਸਲਾਬਾਦ ਸੀ। ਉਹ ਫੈਸਲਾ ਇਹਨਾਂ ਦੇ ਤਾਲੁਕ ਦਾ ਉਹਦੇ ਹੋ ਗਏ ਤੇ ਆਏ ਸੀ। ਆਮਨ ਨੂੰ ਪਤਾ ਸੀ ਸਾਗ ਦੇ ਤਾਲੁਕ? ਨਹੀਂ ਇਹ ਨਹੀਂ ਸੀ ਪਤਾ। ਤੁਹਾਨੂੰ ਪਤਾ ਸੀ? ਹਾਂਜੀ ਤੁਸੀਂ ਰੋਕਿਆ ਵੀ ਹੋਇਆ? ਮੈਂ ਉਹਨੂੰ ਗਾਲਾਂ ਕੱਢੀਆਂ। ਮੈਂ ਤੂੰ ਬੰਦੇ ਦੀ ਪੁੱਤਰ ਬਣ ਜਾ ਤੇ ਜੇ नहीं बनना फिर वापस चली जा। समिया का ताल्लुक इसहाक से काफ़ी अरसे से था और ये नाजायज़ ताल्लुक परवान चढ़ता रहा और उसी में लेन देन भी हुआ। अब 8,000 रुपए के मामूली रकम के तनाज़े पर ये लड़ाई शुरू हुई और उसके बाद समिया से छुटकारा हासिल किया 2014 और उसके बाद आज 2020 6 साल बाद वो गिरफ्तार हुआ। गिरफ्तारी कैसे अमल में लाई गई और अब इन्वेस्टिगेशन प्रोसेस क्या है ये सब जानेंगे इन्वेस्टिगेशन अथॉरिटी से।
सना अरशद, खेल की सियासत और खेल से खिलवाड़, खेल के उजड़े मैदान और बेपनाह टैलेंट, इलाकाई खेलों से आलमी मुकाबलों तक, किसकी हुई जीत किसकी हुई हार, मैं आपको रखूंगी बाखबर। टीवी टुडे, खबर सबसे पहले। टीवी टुडे, खबर सबसे पहले। कामयाब लोग कामयाब कैसे, टीवी टुडे पर। टीवी टुडे, खबर सबसे पहले। समिया को कत्ल क्यों किया, उसके पीछे रीज़न क्या है, वजह क्या है। मुलजिम इसहाक मेरे साथ मौजूद हैं, अनीस साहब जो कि यहाँ पे इन्वेस्टिगेशन डिपार्टमेंट में हैं, और उन्होंने मुतादिद छापे मारे, इसको ट्रेस किया, और ट्रेस कोई आसानी से नहीं हुआ, बड़ी चालाकी के साथ चकमा देता रहा। की ना ਤੁਹਾਡਾ इसहाक किन्ने अरसे तो लॉ है? 12-13 साल। की काम करते? दुकान मैं नहीं करता हूँ तो नहीं गनमैन ਦਾ ਦਿਹਾੜੀ ਦਾ ਪਕੜੇ। ਅੱਛਾ, ਤੇ ਇਹ ਕੀ ਮਾਮਲਾ, ਸਮੀਆ ਨੂੰ ਕਿਉਂ ਮਾਰਿਆ, ਕੀ ਮਸਲਾ ਕੀ ਸੀ? ਤਾਲੁਕ ਸੀ ਨਜਾਇਜ਼ ਉਹਦੇ ਨਾਲ? ਆਹ ਤਾਂ ਲੋਕ ਹੈਗਾ ਨਹੀਂ ਜਾਏ ਤੇ ਕੋਈ ਲੈਣ ਦੇਣ ਦੇ ਰੋਲੇ ਤੋਂ ਲੜੇ। ਨਜਾਇਜ਼ ਤਾਲੁਕ ਕਿੰਨੇ ਅਰਸੇ ਦਾ ਬਣਾਇਆ ਹੈ? ਸਾਲ ਕੋ ਸਾਰਾ। ਸਾਲ। ਕਿੰਨੇ ਬੀਵੀ ਹੈ ਤੁਹਾਡੀ? ਹਾਂਜੀ ਵੀ। ਬੱਚੇ ਵੀ ਹੈਗੇ? ਹਾਂ ਬਹੁਤ ਹੋ ਗਏ। ਬੀਵੀ ਫੌਤ ਹੋ ਗਈ, ਬੱਚੇ ਹੈਗੇ ਨੇ? ਹਾਂਜੀ ਕਿੰਨੇ ਬੱਚੇ ਨੇ ਤੁਹਾਡੇ? 5। ਸਭ ਤੋਂ ਵੱਡਾ ਬੱਚਾ ਕਿੰਨੇ ਦਾ, ਕਿੰਨੇ ਸਾਲ ਦਾ? ਹੈ ਵੀ 20-25 ਸਾਲ। 20-25 ਸਾਲਾਂ। ਤੇ ਇਹ ਨਜਾਇਜ਼ ਤਾਲੁਕ ਬਣਾ ਸਕਦਾ ਬੰਦਾ? ਨਹੀਂ ਜੀ ਬਣਾ ਤਾਂ ਨਹੀਂ ਸਕਦਾ, ਉਹਦੀ ਮਰਜ਼ੀ ਨਾਲ ਹੀ ਬਣਿਆ। ਅੱਛਾ, ਉਹਦੀ ਮਰਜ਼ੀ ਨਾਲ ਬਣਿਆ। ਹਾਂ। ਠੀਕ ਹੈ, ਤੇ ਸਾਲ ਚੱਲਦਾ ਰਿਹਾ, ਫਿਰ ਪੈਸੇ ਉਧਾਰ ਲਏ ਤੁਸੀਂ? ਨਹੀਂ ਉਧਾਰ ਮੈਂ ਦਿੱਤੇ ਗਏ, ਵਿਰਾ ਦੀ ਮੱਝ ਵੇਚਤੇ ਤੇ ਬਸ ਉਹਨੇ ਕੋ ਦਿੱਤੇ ਕੋ ਆਦਾ ਵੀ ਲੜ ਪਏ। ਉਹ ਕਹਿੰਦੇ ਨੇ ਸਮੀਆ ਨੇ ਦਿੱਤੇ ਉਧਾਰ। ਜੀ ਕਿਵੇਂ ਕੋਈ ਆਖੀ ਜਾਵੇ ਮੰਨਣਾ ਪੈਂਦਾ ਹੈਗਾ। ਅੱਛਾ ਚਲੋ, ਤੁਸੀਂ ਉਹਨੂੰ ਦਿੱਤੇ 8000 ਰੁਪਏ? ਨਹੀਂ 8 ਨਹੀਂ ਜੀ, ਜ਼ਿਆਦਾ ਪੈਸੇ ਗਏ। ਕਿੰਨੇ ਪੈਸੇ ਤਾਂ ਸਹਿ ਬਣਦੇ ਆ, ਵਾਲੋਂ ਨੇ 60000 ਮੰਨਿਆ, ਮੈਂ ਚਲੋ 60 ਹੀ ਦੇ ਦੇ। ਅੱਛਾ, 60000 ਉਹਨੇ। ਚਲੋ 60000 ਨਜਾਇਜ਼ ਤਾਲੁਕ ਵੀ ਤੇ ਤੁਸੀਂ ਬਣਾਇਆ ਸੀ ਨਾ? ਉਹ ਤੇ ਜੀ ਹੁਣ ਦੋਵਾਂ ਦੀ ਰਹਿਣ ਵਾਲੀ ਬਣਿਆ, ਮੈਂ ਉਹਨਾਂ ਨਿੱਕੇ ਤੇ ਨਹੀਂ। ਚਲੋ ਨਜਾਇਜ਼ ਤਾਲੁਕ ਬਣਿਆ ਤੇ ਪੈਸੇ ਤੇ ਦਿੱਤੀ ਰੱਖੀ ਨਾ ਤੁਸੀਂ? ਪੈਸੇ ਦੀ ਤਨਖਾਹ ਮੈਂ ਗਨ ਮੈਂ ਨਹੀਂ ਤਾਂ ਕਰਦਾ ਤਾਂ ਉਹ ਵੀ ਮੈਂ ਦਿੰਦਾ। ਅੱਛਾ, ਮਕਾਨ ਦਾ ਕਿਰਾਇਆ ਵੀ ਦਿੰਦਾ ਉਹਦਾ? ਹਾਂਜੀ। ਤੇ ਨਜਾਇਜ਼ ਤਾਲੁਕ ਜਦੋਂ ਬੰਦਾ ਕਰਦਾ ਫਿਰ ਪੈਸੇ ਤੇ ਦੇਣੇ ਪੈਂਦੇ ਨੇ? ਜੀ। ਤੁਸੀਂ ਵਾਪਸ ਤੇ ਨਹੀਂ ਮੰਗ ਸਕਦੇ ਕਿ ਮੰਗ ਸਕਦੇ ਹੋ? ਨਹੀਂ ਮੰਗ ਤਾਂ ਨਹੀਂ ਸਕਦੇ, ਉਹ ਆਪ ਹੀ ਆਖਿਆ ਵੀ ਲੈ ਲਵੇਗੀ। ਤੇ ਉਸ ਤੋਂ ਪਹਿਲੇ ਕੋਈ ਲੜਾਈ ਝਗੜਾ ਵੀ ਹੋਇਆ? ਨਹੀਂ ਪਹਿਲੇ ਕੋਈ ਨਹੀਂ। ਤੁਹਾਨੂੰ ਪਤਾ ਸੀ ਕਿ ਸਮੀਆ ਦਾ ਖਾਵੰਦ ਵੀ ਮੌਜੂਦ ਹੈ, ਉਹ ਵੀ ਜ਼ਿੰਦਾ ਹੈ? ਨਹੀਂ ਮੈਂ ਸਾਨੂੰ ਨਹੀਂ ਪਤਾ, ਇਹ ਪਤਾ ਵੀ ਇੱਥੇ ਕਿਸੇ ਨਾਲ ਕੀਤਾ ਸੀ ਨਿਕਾ। ਅੱਛਾ, ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਜਦੋਂ ਇਹ ਤੁਹਾਡਾ ਝਗੜਾ ਵਧਿਆ? ਬਸ ਲੜਾਈ ਹੋਈ ਹੈ ਜੀ, ਲੜਾਈ ਹੋਇਆ ਅੱਜ, ਬਸ ਹੁਣ ਗੋਟੂ ਹੈ। ਲੜਾਈ ਕਿਸ ਗੱਲ ਤੇ? ਬਸ ਇਹ ਪੈਸਿਆਂ ਤੋਂ ਹੀ ਝਗੜੇ ਆ। ਪੈਸਿਆਂ ਤੋਂ ਝਗੜਾ? ਤੁਸੀਂ ਪੈਸੇ ਮੰਗੇ ਤੇ ਉਹਨੇ ਨਹੀਂ ਦਿੱਤੇ? ਹਾਂਜੀ। ਅੱਛਾ, ਤੁਸੀਂ ਉਹਨੂੰ ਬੂਟੇ ਦੇ ਘਰ ਬੁਲਾਇਆ, ਲੈ ਕੇ ਗਏ? ਨਹੀਂ ਉਹ ਮਕਾਨ ਆ ਜੀ, ਉਹਦੇ ਮਕਾਨ ਲਿਆ ਹੋਇਆ ਕਿਰਾਏ ਤੇ। ਤੇ ਤੁਸੀਂ ਇਕੱਠਾ ਲਿਆ ਦੋਨਾਂ? ਹਾਂ ਮਕਾਨ ਕਿਰਾਏ ਤੇ ਲਿਆ। ਤੁਸੀਂ ਆਪਣੇ ਘਰ ਨਹੀਂ ਜਾਂਦੇ ਸੀ, ਉੱਥੇ ਜਾਂਦੇ ਸੀ, ਉਹ ਵੀ ਉੱਥੇ ਆਉਂਦਾ ਹਾਂਜੀ ਸੀ? ਉੱਥੇ ਹੀ ਝਗੜਾ ਹੋਇਆ ਪੈਸੇ? ਹਾਂਜੀ ਉੱਥੇ। ਤੇ ਕਿੰਨੀ ਦੇਰ ਬਾਅਦ ਕਤਲ ਹੋਈ? ਕਤਲ ਉਸ ਰਾਤ ਹੀ ਹੋ ਗਿਆ, ਇਹਦਾ ਸ਼ਾਮੋਂ ਰਾਤ ਰੋਲਾ ਬਣ ਗਿਆ। ਸੁੱਧ 10 ਵਜੇ ਕੋਲ ਅਸੀਂ ਬੱਖੇ ਇੱਥੇ ਆ। ਤੁਸੀਂ ਕਿੱਥੋਂ ਦੇ ਰਿਹਾਇਸ਼ੀ ਹੋ? ਕੰਗਣ ਤੋਂ। ਵੈਸੇ ਕਿੱਥੋਂ ਦੇ? ਹਵੇਲੀ ਲੱਖਾ। ਹਵੇਲੀ ਲੱਗਾ। ਇੱਥੇ ਵੀ ਮਿਹਨਤ ਮਜ਼ਦੂਰੀ ਕਰਨ ਆਇਆ, ਉਹ ਵੀ ਮਿਹਨਤ ਮਜ਼ਦੂਰੀ ਕਰ। ਹਾਂਜੀ। ਤੇ ਉਹਨੂੰ ਪੈਸੇ ਦਿੱਤੇ ਤੇ ਉਹਨੇ ਵਾਪਸ ਨਾ ਦਿੱਤੇ, ਤੁਸੀਂ ਮਾਰਤਾ? ਬਸ ਜੀ ਗੋਟੂ ਆਇਆ ਤੁਹਾਰੇ। ਨਹੀਂ, ਗੋਟੂ ਕਿਵੇਂ ਆ ਗਿਆ? ਆਰਾਮ ਨਾਲ ਆਪੇ ਗੋਟੂ ਆਇਆ? ਨਹੀਂ ਨਹੀਂ ਮੇਰੇ ਕੋਲ ਹੀ ਹੈ। ਪੋਸਟਮਾਰਟਮ ਦੇ ਮੁਤਾਬਿਕ ਤੁਸੀਂ ਇਹ ਡੰਡਾ ਉੱਤੇ ਰੱਖਿਆ ਤੇ ਉਸ ਤੋਂ ਬਾਅਦ ਨੱਪਿਆ ਉਹਨੂੰ? ਆ ਕੱਪੜਾ ਨਹੀਂ ਹੁੰਦਾ ਇਹਦਾ, ਹੁੰਦੀ ਨਹੀਂ ਹੈ ਆਪਣੀ ਆ ਕੇ ਪਰਾਂਦੀ ਹੁੰਦਾ ਉਹਦਾ ਰੋਲਾ? ਪਰਾਂਦੀ ਨਾਲ। ਪਰਾਂਦੀ ਨਾਲ ਤੁਸੀਂ ਗੋਟੂ ਦਿੱਤਾ ਉਹਨੂੰ? ਹਾਂ ਪਰਾਂਦੀ ਨਾਲ ਬਲਾਵਾ ਆ ਗਿਆ ਨਾ ਤੇ ਗੋਟੂ ਆ ਇਹ ਗਿਆ। ਬੁਲਾਵਾ ਆ ਨਹੀਂ ਗਿਆ, ਦਿੱਤਾ? ਮੈਂ ਹੀ ਦਿੱਤਾ। ਦੱਸੋ ਨਾ ਫਿਰ, ਸਹੀ ਗੱਲ ਦੱਸੋ। ਮੈਂ ਕਤਲ ਤੇ ਤੁਸੀਂ ਕੀਤਾ ਹੈ ਨਾ? ਹਾਂਜੀ ਹਾਂਜੀ।
ਕਤਲ ਤੇ ਤੁਸੀਂ ਕੀਤਾ, ਨਜਾਇਜ਼ ਤਾਲੁਕ ਵੀ ਤੁਸੀਂ ਬਣਾਇਆ ਸੀ, ਪੈਸੇ ਵੀ ਤੁਸੀਂ ਦਿੱਤੇ, ਕਿਸੇ ਤੋਂ ਪੁੱਛ ਕੇ ਤਾਂ ਨਹੀਂ ਦਿੱਤੇ ਨਾ, ਕਿਸੇ ਤੋਂ ਪੁੱਛ ਕੇ ਨਜਾਇਜ਼ ਤਾਲੁਕ ਨਹੀਂ ਬਣਾਇਆ। ਨਹੀਂ ਤੇ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ ਸੀ ਕਿ ਯਾਰ ਕਿਸੇ ਨੂੰ ਪਤਾ ਲੱਗੇਗਾ ਤੇ ਮੇਰੀ ਉਮਰ ਵੇਖੋ ਤੇ ਕੰਮ ਵੇਖੋ? ਬਸ ਬੰਦਾ ਗਲਤੀ ਜੋ ਕਰ ਲੈ ਤਾਂ ਇੱਕ ਗਲਤੀ ਬੰਦਾ ਕਰ ਲੈਂਦਾ, ਉਸ ਤੋਂ ਬਾਅਦ ਪੈਸੇ ਦੇਣ ਦੀ ਗਲਤੀ ਵੀ ਹੋ ਗਈ, ਉਸ ਤੋਂ ਬਾਅਦ ਫਿਰ ਕਤਲ ਵਾਲੀ ਗਲਤੀ ਕਿਵੇਂ ਹੋ ਗਈ? ਬਸ ਉਹ ਗਲਤੀ ਐਵੇਂ ਹੋ ਗਈ ਨਾ ਵੀ ਬਸ ਗੁੱਸੇ ਚ ਉਦੋਂ ਤੋਂ ਗਲਤੀ ਕਰ ਲਿਆ। ਕਤਲ ਕਰਨ ਤੋਂ ਬਾਅਦ ਕਿੱਥੇ ਨਸੇ? ਇੱਥੇ ਹੀ ਲੱਗੇ ਫਿਰਿਆ ਜੇ ਹਵੇਲੀ ਚ ਕੁੜੀ ਨੇ ਆਖਿਆ ਵੀ ਕੋਈ ਰੋਲਾ ਨਹੀਂ, ਕੋਈ ਬਾਤ ਨਹੀਂ, ਕੋਈ ਲਾਣੇ ਨਹੀਂ, ਕੋਈ ਦੇਣ। ਉਹਦੀ ਕੁੜੀ ਨੇ ਹਾਂਜੀ। ਸਮੀਆ ਦੀ ਹਾਂਜੀ। ਤੇ ਮਰ ਗਈ ਮਾਂ ਹੈ। ਹਾਂ ਵੀ ਐਸੀ ਕੋਈ ਰੋਲਾ ਨਹੀਂ ਗਾਂਦੇ ਚਾਚਾ ਸਾ ਵੀ ਅਸੀਂ ਨਹੀਂ ਉਸ ਤੋਂ ਚੋ ਬਾਅਦ ਕੁੜੀ ਵੀ ਤੁਸੀਂ ਵੇਚੀ ਸੀ ਸਮੀਆ ਦੀ 50,000 ਨਹੀਂ। ਡੋਗਰਾ ਨੇ ਵਾਪਸ ਕਰਾਈ। ਨਹੀਂ ਜੀ ਕੁੜੀ ਤਾਂ ਕਸੂਰ ਨਹੀਂ ਜੀ ਕੋਈ ਨਹੀਂ ਆਪਾਂ ਤੇ ਕਿਤੇ ਇਹੀ ਕਹਿੰਦੇ ਨੇ। ਨਹੀਂ ਹੁਣ ਜੇ ਉੱਥੇ ਜਾਂਦੇ ਆਂਦੇ ਆਂਦੇ ਆਏ ਸਾਡੇ ਰਿਸ਼ਤੇਦਾਰ ਹੈਗੇ ਉੱਥੇ ਵੀ ਜਾਂਦੀ ਹੈ ਇਹਦੇ। ਪੁਲਿਸ ਨੇ ਰੇਡ ਤੁਹਾਨੂੰ ਕੀਤੇ ਨੇ, ਪੁਲਿਸ ਨੇ ਤਾਂ ਕਾਫੀ ਰੇਡ ਕੀਤੇ ਨੇ ਤੁਹਾਡੇ ਤੇ। ਹਾਂਜੀ ਤੁਸੀਂ ਅੱਗੇ ਪਿੱਛੇ ਹੋ ਜਾਂਦੇ ਸੀ, ਹਾਂਜੀ ਅੱਗੇ ਪਿੱਛੇ ਹੋ ਜਾਂਦੇ। ਫੋਨ ਵੀ ਨਹੀਂ ਔਨ ਕਰਦੇ ਸੀ। ਫੋਨ ਤਾਂ ਮੇਰਾ ਬੰਦ ਹੈਗਾ। ਅੱਛਾ, ਤੇ ਕਿੱਥੇ ਕਿੱਥੇ ਗਏ ਉਹਨਾਂ ਦਿਨਾਂ 'ਚ ਜਦੋਂ ਪੁਲਿਸ ਪਿੱਛੇ ਸੀ ਤੁਹਾਡੇ? ਮੈਂ ਕੋਈ ਰਾਣੇ ਲਗਾ ਫਿਰ ਇੱਥੇ ਲਗਾ ਗਿਆ ਜਮਸ਼ੇਰ ਕੱਚੇ में। ਤੇ ਕਿੱਥੋਂ ਫੜਿਆ ਤੁਹਾਨੂੰ ਪੁਲਿਸ ਨੇ? ਇਹ ਲੋਹਾਰਾ ਰੱਖੋ ਦੁਆਰਿਆਂ ਲਿਖੋ। ਅਖੀਰ ਤੁਸੀਂ ਟਰੇਸ ਹੋ ਗਏ ਹੈ। ਉਦੋਂ ਫੋਨ ਨਹੀਂ ਸੀ ਤੁਹਾਡੇ ਕੋਲ? ਨਹੀਂ ਫੋਨ ਫਿਰ ਤੇ ਹਿੰਮਤ ਹੈ ਪੁਲਿਸ ਦੀ ਕਿ ਪਹੁੰਚ ਕੇ ਤੁਹਾਡੇ ਕੋਲ। ਫੋਨ ਹੈਗਾ ਮੇਰੇ ਕੋਲ ਤੇ ਉਹ ਮੋਬਾਈਲ ਡਿੱਗ ਪਿਆ, ਨੋਕੀਆ ਦਾ ਮੋਬਾਈਲ ਆ ਤੇ ਪਾਣੀ 'ਚ ਡਿੱਗ ਪਿਆ। ਅੱਛਾ, ਤੇ ਹੁਣ ਕੋਈ ਸ਼ਰਮਿੰਦਗੀ ਹੈ ਹੱਥ 'ਚ ਹੱਥਕੜੀ ਤੁਹਾਡੇ ਇਸ ਉਮਰੇ? ਬਸ ਜੀ ਗਲਤੀ ਹੈ, ਹੁਣ ਸ਼ਰਮਿੰਦੀ ਤਾਂ ਹੈ ਜੀ, ਸ਼ਰਮਿੰਦੀ ਵਾਲੀ ਕਿਹੜੀ ਹੈ? ਨਹੀਂ, ਗਲਤੀ ਨਹੀਂ ਹੋਣੀ ਚਾਹੀਦੀ ਨਾ। ਬਸ ਯਾਦ ਕੀਤੀ ਸਜ਼ਾ ਭੋਗਦੇ ਪਏ, ਜੇ ਗਲਤੀ ਕੀਤੀ ਤਾਂ ਸਜ਼ਾ ਭੋਗਦੇ। ਸਜ਼ਾ ਤੇ ਹਲੇ ਹੋਣੀ ਹੈ ਤੁਹਾਨੂੰ। ਤੁਸੀਂ 3 ਬੱਚਿਆਂ ਦੀ ਮਾਂ ਸੀ ਨਾ ਸਮੀਆ? ਜੀ 3 ਬੱਚਿਆਂ ਦੀ ਮਾਂ ਜਿਹੜੀ ਹੈ ਨਾ ਉਹ ਤੁਸੀਂ ਕਤਲ ਕਰਤੀ, ਬੱਚੇ ਮਹਿਰੂਮ ਹੋ ਗਏ ਨਾ। ਜੀ ਹੈਂ? ਠੀਕ ਹੈ ਠੀਕ ਹੈ ਠੀਕ। ਕਤਲ ਕਰਨ ਤੋਂ ਬਾਅਦ ਤੁਸੀਂ ਜੇ ਭੱਜੇ ਹੋ ਤੇ ਇਹਦਾ ਮਤਲਬ ਹੈ ਕਿ ਅਗਰ ਸ਼ਰਮਿੰਦਗੀ ਹੁੰਦੀ ਤੇ ਤੁਸੀਂ ਪੁਲਿਸ ਦੇ ਹਵਾਲੇ ਕਰ ਦਿੰਦੇ ਆਪਣੇ ਆਪ ਨੂੰ। ਬਸ ਉਹ ਕੁੜੀ ਨੇ ਆਖਣਾ ਵੀ ਕੁਝ ਵੀ ਨਹੀਂ ਹੁੰਦਾ, ਤੂੰ ਕੋਈ ਗੱਲ। ਸਮੀਆ ਦੀ ਕੁੜੀ ਨੇ। ਹਾਂਜੀ ਤੇ ਤੁਹਾਡੇ ਆਪਣੇ ਬੱਚਿਆਂ ਨੇ ਤੁਹਾਨੂੰ ਕੀ ਆਖਿਆ? ਮੇਰੇ ਬੱਚੇ ਕੀਗਾ, ਮੇਰੇ ਬੱਚੇ ਆਖਿਆ ਵੀ ਆਦੀ ਕੀਤੀ ਭੋਗੇਗਾ ਵੀ ਤੂੰ ਇਹ ਕੰਮ। ਆਏ ਨੇ ਇੱਥੇ ਮਿਲਣ ਤੁਹਾਨੂੰ? ਉਹ ਤਾਂ ਹੁਣ ਆਇਆ ਨਾ ਜਦੋਂ ਫੜੀ ਗਿਆ ਨਾ ਛੂਰ ਨਿਕਾ ਤੇ ਉਸ ਉਹ ਤੋਂ ਇਲਾਵਾ ਰਾਬਤੇ 'ਚ ਨਹੀਂ ਸਨ? ਨਹੀਂ ਰਾਸਤੇ 'ਚ ਕੋਈ ਨਹੀਂ ਹੈ ਡੇ, ਉਹ ਹੁਣ ਆਉਣ ਲੱਗ ਗਿਆ ਨਾ ਵੀ ਉਹ ਖਾ ਤੇ ਪੁੱਤਰਾਂ ਦੀ ਯਾਦ ਵੀ ਨਹੀਂ ਸਤਾਈ ਤੁਹਾਨੂੰ? ਪੁੱਤਰਾਂ ਦੀ ਯਾਦ ਆਂਦੀ ਕਿਉਂ ਨਹੀਂ ਆਂਦੀ ਔਲਾਦ ਦੀ? ਔਲਾਦ ਕਹਿੰਦੀ ਨਹੀਂ ਅੱਬਾ ਕੀ ਕੰਮ ਤੂੰ ਕੀਤਾ ਇਸ ਉਮਰੇ? ਗਲਤ ਉਹ ਆਂਦੇ ਨੇ ਵੀ ਤੂੰ ਗਲਤ ਕੀਤਾ। कोई शर्मसारी नहीं है। है शर्मसारी क्यों नहीं जी शर्म। अनीस साहब मेरे साथ मौजूद हैं। अनीस साहब कैसे पकड़ा, किस जगह से इनको ट्रेस किया और जो जो मुश्किलात क्या आई, जो शुरू में जिस तरह ये बता रहा था उनके पास मोबाइल था जिसको ट्रैक किया जा सके, लोकेट किया जा सके? बिस्मिल्लाहिर्रहमानिर्रहीम। असल में ये साक जो है ना ये बहुत ही शातिर और चालाक है। इसने ना तो अपने नाम की कोई सिम इशू करवाई थी और ना ही ये मोबाइल का इस्तेमाल करता था। जब ये रूपोश हुआ तो सखर, कराची, हैदराबाद, सिंध वाली साइड पे ज़्यादातर इसका पड़ाव रहा। हमने जदीद टेक्नोलॉजी का सहारा लेते हुए इसकी फैमिली ट्री निकलवाई, उसकी कॉल डिटेल्स निकलवाई, उसके बाद इसके ऊपर हमने काम करना शुरू कर दिया। इसमें हमें अल्लाह ताला ने पूरी कामयाबी अता फरमाई। इसमें हमारे SSP साहब इन्वेस्टिगेशन ज़ीशान असगर साहब, SP सदर मंसूर कमर साहब, DSP साहब और मलिक दाऊद खाल साहब, ये सारी टीम ने मिलकर दिन रात काम किया और अल्हम्दुलिल्लाह हमने इसको ट्रेस भी किया और इसको गिरफ्तार करके आज इसका रिमांड 6 दिया। साल चकमा देता रहा। ये बहुत तेज़ और शातिर है, एक जगह टिक के ये काम नहीं करता था, ये रहता ही नहीं था, किसी बंदे को अपना जो है ना वो कोई क्लू नहीं देता था। हमने मेहनत की और फुटवर्क भी किया, जदीद टेक्नोलॉजी का भी सहारा लिया, अल्हम्दुलिल्लाह हमें अल्लाह ताला ने कामयाबी दी। ये बड़ी कामयाबी है कि 6 साल बाद इसको गिरफ्तार किया। इसको आपको लगता है शर्मिंदगी है, इसने एतराफ़ जुर्म फौरी कर लिया या कुछ इसको मेंटली टॉर्चर करना पड़ा? मेंटली नॉट फिजिकली। ना, इसने आते ही इतराफ़ कर लिया था कि मुझसे गलती हुई है, मैंने किया। अब मैं उम्र ही मेरी इतनी कहता है कि मेरी उम्र उतनी हो गई है कि अब मैं मज़ीद जो है ना वो सख्तियाँ नहीं झेल सकता हूँ, भाग नहीं सकता हूँ। मैं रजिस्ट कर रहा है अपने आप को कि मैं गलत कर बैठा हूँ, उसकी सज़ा अल्लाह से भी मांगता हूँ और इनके घर। हमने देखा है कि जो गलत कर बैठता है जिसको शर्मिंदगी होती है तो वो तो वापस आ जाता है, मतलब गिरफ्तारी देने के लिए। बस ये इस बात पे थोड़ा सा इसने पता नहीं क्या अपना सोचा था, गैब रहा है। शायद ये सोचता था कि पुलिस तक नहीं पहुंच सकती है, लेकिन आजकल चूँकि टेक्नोलॉजी का दौर है, तो नहीं बच सकती। अल्हम्दुलिल्लाह
हमने पूरी मेहनत करके इसको ट्रेस किया। क्या सोचते थे आप कि गिरफ्तार नहीं होंगे, वापस आ जाना चाहिए था, गिरफ्तारी दे देनी चाहिए थी अगर शर्मिंदगी थी तो? बस शर्म आंदी तो भी डरदा हैगा और की होना सोचा पुलिस नहीं पड़ेगी? नहीं वो कुड़ी नहीं आख्या जी कोई भी नहीं बनते गल बात को लाने नहीं कुड़ी देनी नहीं कोई कारे नहीं बन असी चाचा साढ़े नाल निबड़ जाए। मैं चलो ठीक है निबड़ जैसे मेरा परेशान हो गया बस परेशान नाल मैं आ रहा। इस बारे में इन्वेस्टिगेशन इंचार्ज दाऊद साहब क्या कहते हैं, उनसे भी बात करेंगे एक ब्रेक के बाद। झूठ नहीं सिर्फ सच, मुबालगा नहीं सिर्फ हकायक, प्रोपेगंडा नहीं सिर्फ मालूमात, तज्जिया नहीं सिर्फ रिपोर्टिंग, हुकूमती इक़दामात, अपोजिशन के बयानात, सब बताऊंगा टीवी टुडे पर। मैं हूं शुएब हाशमी, खबर सबसे पहले। टीवी टुडे, खबर सबसे पहले। थाना सब्ज़दार में मैं इस वक्त मौजूद हूं और इन्वेस्टिगेशन इंचार्ज दाऊद खालिद साहब मेरे साथ मौजूद हैं। चूँकि दाऊद खालिद साहब की पूरी टीम ने इस पर मेहनत की, मंसूर कमर साहब एसपी सदर इन्वेस्टिगेशन उनकी हिदायत पर और एसएसपी इन्वेस्टिगेशन ज़िशान असगर साहब की हिदायत पर अमल करते हुए इस मुलजिम को जो वो पकड़ा है। और आपके सामने इतना शातिर आदमी है कि किस तरीके से उसने मोबाइल अपना स्विच ऑफ किया, क्योंकि सबसे बड़ा आला तो आपके पास मोबाइल है जो कि ट्रेस हो जाता है और पुलिस को काफ़ी मदद मिल जाती है और जल्दी से जहाँ पे ट्रैक होता है वहाँ पे जाके उसको गिरफ्तार कर लेते हैं। लेकिन ऐसा शख्स गिरफ्तार करना कि जिसकी एक हिस्ट्री भी ना हो क्रिमिनल और उसके साथ साथ उसके पास मोबाइल ना हो या ऐसी डिवाइस ना हो, उसको कैप्चर करना बहुत मुश्किल होता है। अस्सलाम वालेकुम दाऊद साहब। वालेकुम अस्सलाम। दाऊद साहब, सबसे पहले तो बड़ी अच्छी काविश है आपकी कि आपने उसको गिरफ्तार किया। और ये समिया का और इसका मैटर क्या है, इन्वेस्टिगेशन में क्या चीज़ सामने आई है? सबसे पहली बात तो ये है कि ये 6 साल पुराना मुकदमा था जिसके अंदर समिया के और असाद जो हमारा मुलज़िम है, जो इश्तिहारी भी था पिछले 6 साल से, इसके आपस में नाजायज़ ताल्लुकात थे और साथ साथ ये इनका जैसे ताल्लुकात थे तो इन्होंने उधार भी एक दूसरे से इनका लेन देन भी चल रहा था। इसकी काफ़ी जो थी जो समिया के क़ानून थे आपस में भी काफ़ी दफ़ा लड़ाई वगैरह भी हो चुकी, तो आप हमसे ताल्लुकात अपने ये नाजायज़ ताल्लुकात ख़त्म कर लें। लेकिन असाक जो था फिर भी हमेशा इससे मुलाकात करता था। असाक ने दौरान तफ्तीश हमें ये बताया कि इसने एक अपनी बहन सेल की थी और उसके पैसे जो थे वो समिया को इसने दे रखे थे। जब इसने उससे पैसों की डिमांड की कि मुझे पैसे दो, समिया ने कहा कि मैं दे देती हूँ आपको इंतज़ाम करके। तो कुछ अर्से के बाद इसने उसको घर बुलाया और इसके सर पे एक लाठी मारी और जब वो उससे बेहोश हो गई तो गला दबा के इसने उसको कत्ल कर दिया। उसके बाद ये फ़रार हो गया यहाँ से। और ये लाश कहाँ से बरामद हुई थी? ये जो असाद हमारा मुलज़िम है, इसकी रिहाइश थी इधर रुबनपुरा में हमारे सब्ज़दार के एरिया में, उसके घर से ही बरामद हुई थी। उसका मतलब ये मिलते मिलाते थे, नाजायज़ ताल्लुक़ तो काफ़ी अरसे से बिल्कुल ऐसे ही है। इनके नाजायज़ ताल्लुकात काफ़ी अरसे से चल रहे थे, मिलना जुलना था, एक दूसरे का घर आना जाना सबको मालूम था इस बारे में। इसमें ना दाऊद साहब दोनों जगहों पे ज़ाहिर है बहुत ही लोअर क्लास से ताल्लुक़ रखते हैं दाऊद भी और ये भी जो मुलजिम है इसहाक, और इसके साथ साथ समिया भी। इन्होंने मोबाइल नहीं यूज़ किया, इसके बाद ये यहाँ से फ़रार हो गया। तो जब ये फ़रार हुआ उसके बाद आपने किस तरह से ट्रेस आउट किया? ऐसे मुलजिम को तो ट्रेस आउट करना बहुत मुश्किल होता है। डेफिनेटली इसको इस तरह के मुलजमान को ट्रेस करना बहुत मुश्किल होता है क्योंकि इनका क्रिमिनल रिकॉर्ड भी नहीं होता, कहीं पे इनका परमानेंट एड्रेस नहीं होता, इनको ट्रेस करना बहुत मुश्किल होता है।
जब SSP इन्वेस्टिगेशन दिशान असगर साहब और SP हमारे जो सदर हैं इन्वेस्टिगेशन मंसूर कमर साहब, उन्होंने हमारी ये ज़िम्मेदारी लगाई, तो हमने इसके तमाम ख़ानदान के फैमिली ट्रीज़ किए, उनके ID कार्ड नंबर हासिल किए, उनकी लोकेशंस को हमने ट्रेस किया कि ये कहाँ कहाँ पे रह रहे हैं। फिर वहाँ से ही हमें एक लीड मिली कि ये मुलज़म यहाँ से फ़रार होकर सिंध जा चुका है। फिर हमें कुछ एक नंबर मिला जो कि इसने अपने किसी और रिश्तेदार के नाम के ऊपर हासिल किया हुआ था। उसकी हमने देखी लोकेशन, उसकी सिंध थी। हमने वहाँ पे अपनी एक टीम भिजवाई, तो हमें पता चला कि ये कुछ दिन पहले ही पंजाब जा चुका है। जब पंजाब में हमने इसकी लोकेशन ट्रेस की, इसके राब्ते हमने देखे, तो हमें मालूम हुआ कि गुजरांवाला इमनाबाद के अंदर आजकल ये रिहाइश पजीर है, किसी जागीरदार के पास वहाँ पे काम वगैरह करता है। वहाँ पे हमने रेड किया, तो ये इतना शातिर था कि इसने वहाँ से भी अपनी रिहाइश तब्दील करके लाहौर आ गया और चूंकि के करीब इसने रिहाइश इख्तियार कर ली। फिर हमने यहाँ के इसके जो भी राब्ते थे उनको सर्च आउट करना शुरू कर दिया, एक एक करके सबको टच करते गए, तो फिर अल्लाह ताला की मेहरबानी से फिर हमने उसको ट्रेस किया। इसका तो क्राइम हिस्ट्री नहीं है, क्रिमिनल रिकॉर्ड नहीं है। इसकी फैमिली में भी किसी का क्रिमिनल रिकॉर्ड नहीं है? नहीं, इसकी फैमिली में भी क्रिमिनल रिकॉर्ड नहीं है, किसी का भी नहीं है। इसके कितने बच्चे हैं और क्या बच्चे अपने वालिद से मिलने आते हैं? इसके दो बेटे हैं और एक बेटी है। इसने अपनी एक बेटा जो असलम उसका नाम है, उसको हम पहले भी इंटरोगेट कर चुके थे, लेकिन इसने उसको आग किया हुआ है। ठीक है, वो उसको भी पता था मेरा बाप इस तरह का है, वो भी इनसे इतना मिलना जुलना नहीं था उसका। कसूर के करीब वो दर्जियों का काम करता है। नाजायज़ ताल्लुकात और उसके बाद पैसों का तनाज़ा, ये बात तो बिल्कुल समझ आती है। असल मैटर कितने पैसों का था? क्योंकि ये कहता है कि 8-10 हज़ार का था, कभी कहता है 60 हज़ार का था। तो असल मैटर अब तक कितने रुपीस का है, और क्या मैटर सिर्फ पैसों का है या नाजायज़ ताल्लुकात में हुए कुछ अमर का है? मेरा जो अभी तक हमारी तफ्तीश आई है उसके तो लिहाज से मुझे यही लगता है कि पैसों का था, इसके नाजायज़ ताल्लुकात थे, उसको पैसे वगैरह ये दे देता था। जब इसकी बीवी भी इससे लड़ती झगड़ती थी कि तुम उससे क्यों मिलते हो, इसने उससे फिर पैसों की डिमांड की। बेसिकली इसकी बीवी और इसने मिल के ही ये सारा काम किया कि यहाँ उससे पैसे लो, इससे हमारी जान छुड़ाओ, सब कुछ करो। ये इसने उसको अपने घर बुलाया कि आ जाओ, मैं तुम्हें और पैसे देता हूँ, किसी भी बहाने से इस तरह इसने उधर बुलाया इसको। तो पहले लाठी मारी और उसके बाद बुलाने मार के उसको। इस कत्ल में इसकी बीवी भी इसके साथ मौजूद थी या ये अकेला? ये बिल्कुल मौजूद थी, और इसकी बीवी भी इश्तिहारी थी। जी, इसी मुकदमे के अंदर इसकी बीवी भी इश्तिहारी थी। लेकिन जब ये सिंध से पंजाब वापस आ रहे थे तो रास्ते में एक्सीडेंट हुआ और वो बीवी इसकी वहीं पे मार गई। उसका डेथ सर्टिफिकेट भी हमने वो हासिल कर। बता रहे कि बीवी उसकी फौत हो गई। अब बच्चे इससे नहीं मिलते हैं, एक को इसने वैसे? जी बिल्कुल ऐसे। ये एक्चुअल कहाँ का रिहायशी? ये एक्चुअली रिहायशी है दीपालपुर का, लेकिन इसने शनाख्ती कार्ड बनवाया हुआ है बहावल नगर का, ताकि मैं ट्रेस आउट ना हो सकूँ। बेसिकली ये इनका कोई एक मुस्तकिल ठिकाना नहीं है, ये कभी कहाँ मूव कर जाते हैं। ये दीपालपुर में था, लेकिन इसने शनाख्ती कार्ड बहावल नगर से बनाया और रहता लाहौर में था। इतना शातिर मुझे। मोबाइल भी यूज़ नहीं? मोबाइल भी यूज़ नहीं थे। अच्छा सर, ये बताइए कितने लोगों को इंटेरोगेट किया आपने इस सारे प्रोसेस में इस तक पहुँचने के? इसमें कोई तकरीबन हम 30-40 लोग होंगे तकरीबन, जिनको हमने वक्तन इंटेरोगेट करते रहे और फिर हम इस तक पहुंच सकें। इस सारे वाक़े से सर एक चीज़ तो वाज़े हो जाती है कि नाजायज़ ताल्लुक नाजायज़ ही रहता है, वो कभी फ़ायदा नहीं दे सकता। तो हमारे माशरे में पनपती इस बुराई का ख़ात्मा हम कैसे कर सकते हैं? देखें, हर वो बंदा क्राइम की तरफ राग़िब होगा जिसका सोसाइटी के अंदर स्टेक नहीं है। जिस बंदे का सोसाइटी के अंदर स्टेक होगा वो क्राइम की तरफ राग़िब नहीं होगा। मैं और आप, हम क्यों नहीं क्राइम करते? क्योंकि हमारा सोसाइटी के अंदर एक स्टेक है। हम ज़्यादातर यही देखते हैं कि जितने गरीब लोग हैं या गुर्बत की वजह से क्राइम की तरफ टेंडेंसी जो है, वो क्रिमिनल टेंडेंसी बहुत ज़्यादा इंक्रीज़ होती जा रही है। अब ये देखें, थोड़े से पैसों के लिए इसने कैसे एक मासूम खतून की जान ले ली, और उसके बच्चे थे, उसका खामन था, और सारी फैमिली को इसने डिस्टर्ब कर दिया। अभी जो मुद्दईयान हैं उनके साथ भी यकीनन आपके राब्ते हैं, तो वो इस सारी कार्रवाई से मुतमईन है? ऑब्वियसली अल्लाह का शुक्र है कि हम उनकी तवक्कुआत पे पूरा उतरे हैं कि हमने उनको ट्रेस करके दिया है। 6 साल से उनका वो मुल्ज़म नहीं था मिल रहा, तो अब देखिए उनका मुल्ज़म मिला है, उन्हें दिलासा मिलेगा, उनको इंसाफ मिलेगा, और बहुत खुश हैं। अच्छा सर, जो क्राइम की रेशो है वो सब्ज़ाज़ार में या सदर डिवीज़न लगा लें आप, क्योंकि इस डिवीज़न में अंजरवाल और ये सारी इलाके आ जाते हैं और कुछ बॉर्डर एरियाज़ आ जाते हैं लाहौर के। आप बताएं कि क्राइम रेशो यहाँ पे क्यों ज़्यादा है और किस किस्म के क्राइम जो हैं वो यहाँ पे ज़्यादा पनप रहे हैं, और हमें क्या एहतियात करनी चाहिए जो माशरे में रहने वाले दीगर लोग हैं, दीगर तबके?
سب سے آپ پچھلے کچھ سالوں کے اندر اگر آپ دیکھیں تو سب سے اہم چیز آپ نے دیکھی ہوگی کہ سٹیز کے اندر مائیگریشن بہت زیادہ ہو چکی ہے. اب آپ دیکھیں شیخو پورہ, قصور, اکاڑا, یہ تو ایسی ہیں جیسے لاہور کے اندر ضم ہو چکے ہیں. جب زیادہ مائیگریشن ہوگی, سیچوریشن زیادہ ہو جائے گی تو کرائم بھی بڑھے گا. غریب علاقوں سے لوگ ادھر آتے ہیں, ٹھیک ہے, کرائم کی ٹینڈنسی وہ زیادہ بڑھ جاتی ہے. اب صدر ڈویژن کی اگر آپ کرائم کی ریشو زیادہ بات کریں تو اس کی مین وجہ یہی ہے کیونکہ یہ قصور, اکاڑا, شیخو پورہ کے قریب لگتا ہے اور یہاں پہ بہت زیادہ مائیگریشن, بہت زیادہ لوگ آتے ہیں اور یہ اوپن ایریا ہے. یہاں سے آپ کوئی بھی واردات کریں, آپ موٹر وے پہ جا سکتے ہیں, شیخو پورہ جا سکتے ہیں, ادھر سے آپ رائیونڈ روڈ پہ چڑھیں تو آپ آگے قصور میں چلے جاتے ہیں. اوپن ایریا ہے کہ لوگوں کو, ان کو, کرمنلز کو بھاگنے کے لیے بڑی آسانی ہے کہ فوری طور پہ وہ باؤنڈری چینج کرتے ہیں اور نئے ڈسٹرکٹ میں انٹر ہو جاتے ہیں. جیسا کہ آپ نے کہا کہ کرائم کی ریشو جو مائیگریٹڈ لوگ ہیں ان کی زیادہ ہے اور بہت سے لوگ ہیں جو لاہور میں کام کرنے کی غرض سے آتے ہیں, جیسے یہ دونوں فیملیز آئی ہوئی تھیں اور انہوں نے یہ کرائم کیا. اس طرح کے کرائم زیادہ ہیں. بالکل ایسے ہی ہے, بالکل ایسے ہی گھروں میں کام کرتے ہیں, ایسے ہی, اور لوگ گھروں میں کام کرتے ہیں, یہاں پہ دیکھتے ہیں, وہیں پہ دیکھا, ٹھیک ہے. اور پھر جو ہماری کلاس ڈفرینس ہے بیسیکلی یہ بھی بہت زیادہ میٹر کرتی ہے کرائم کے اندر. اچھا, یہ آخری سوال ہے آپ سے میرا کہ خصوصاً احتیاط کن لوگوں سے کرنی چاہیے, ایک, اور نمبر 2 کہ جس سٹوری پہ آپ کام کرتے ہیں, جس انویسٹیگیشن پروسیس کو آپ لے کے چلتے ہیں, اس میں ظاہر عوام کی مدد بڑی درکار ہوتی ہے اور پولیس عوام کی مدد کے بغیر اور اس کی ہیلپ کے بغیر نہیں چل سکتی. پولیس کا مورال بھی ہائی رکھنا چاہیے. اور عوام سے کیا توقع رکھتے ہیں آپ؟ دیکھیں, سب سے کسی بھی کرائم کو روکنے کے لیے, انویسٹیگیٹ کرنے کے لیے یا اس کے کلپریٹس تک پہنچنے کے لیے پبلک کا جو کوآپریشن ہے وہ سب سے اہم ہے. کیونکہ پولیس, اب تو آپ کو پتہ ہے ہمارے سی سی پی او صاحب اور جتنے بھی ہماری ہائی کمانڈ ہے وہ کمیونٹی پولیسنگ کے اوپر بڑی ورکنگ ہو رہی ہے, بہت زیادہ ورکنگ ہو رہی ہے. کرائم ٹینڈنسی آپ جب بھی کوئی ملازم رکھیں, کچھ بھی کریں, فار ایگزامپل اب ہم نے ایک لاہور پولیس نے پہچان ایپ بھی لانچ کی ہوئی ہے. ملازم رکھیں, ان کی ویریفیکیشن کریں, کرمنل ریکارڈز آن لائن ہو چکے ہیں, ہر چیز, ہر آئی ڈی کارڈ اس میں سبمٹ کریں, وہاں پہ آپ کو وہ سارا کچھ پتہ چلے گا. اور عوام جو ہے ان کو بھی چاہیے کہ پولیس کے ساتھ کوآپریٹ کریں ہمیشہ. جہاں پہ بھی کوئی کرائم ہوتا ہے اس کے ریلیٹڈ کوئی بھی انفارمیشن ہوتی ہے وہ شیئر کریں تاکہ ہم لاہور کو ایک محفوظ شہر بنا سکیں. سر بہت شکریہ. جو جاوید صاحب میرے ساتھ موجود ہیں, بیسیکلی داؤد خالد صاحب کی ٹیم کا ہی وہ حصہ انویسٹیگیشن ڈپارٹمنٹ میں ہے اور وہ ان تمام ریڈز میں ساتھ رہے اور اس نے چکمہ بہت دیا اس ملزم نے. بہت شاطر ملزم ہے, جس طرح سے آپ نے پہلے دیکھا کہ وہ نہ موبائل فون یوز کیا اور اپنی جو پلیسز ہیں وہ چینج کرتا رہا. اور ایسے ملزم کو پکڑنا بہت مشکل ہوتا ہے پولیس کے لیے اور بہت اہم ٹاسک ہوتا ہے. جاوید صاحب, آپ ساتھ ساتھ رہے, کہاں کہاں گئے, کس کس طریقے سے ریڈ کیا؟ السلام علیکم. سب سے پہلے ہمیں جب حکم ملا ہے ڈی اے جی صاحب انویسٹیگیشن, ایس ایس پی صاحب انویسٹیگیشن اور ایس پی صاحب صدر انویسٹیگیشن کی طرف سے, تو یہ بہت پرانا اشتہاری تھا. تو ٹارگٹ دیا گیا ہمارے انچارج ملک داؤد صاحب کو. تو سب سے پہلے جو ریڈ کیا ہے وہ ہم سندھ میں گئے تھے, ادھر ریڈ کیا تو وہاں سے پتہ چلا کہ یہ یہاں سے پنجاب میں چلا گیا ہے. اس کے بعد دوبارہ ہم نے ریڈ کیا گجرانوالے, تو اس سے ہمارے ریڈ کرنے سے کچھ دن قبل یہ گجرانوالے سے لاہور آ گیا تھا. تو پھر اس کی گرفتاری کے لیے ہم نے قصور بھی ریڈ کیا اور بالآخر جا کر یہ دریا ہے, دریا کے پاس سے یہ ملک صاحب کی موبائل ٹیکنگ کی وجہ سے اور دوسرے لوگوں کو شامل تفتیش کرنے کی وجہ سے یہ ٹیس ہوا. چونکہ اس کی کوئی ایک رہائش نہیں ہے, وقفے وقفے سے یہ اپنا جو پوزیشن ہے وہ چینج کرتا رہا اور شاطر ہے. اور یہ تمام باتیں جو ہے نا یہ پہلے جانتا تھا, اس لیے اس کو پکڑنے کے لیے کافی وقت گزرا اور کافی پریشانیوں کا سامنا بھی کرنا پڑا اور بالآخر اللہ تعالیٰ کی رحمت سے ہم کامیاب ہوئے. یہ دریا کے پاس رنگیل پور گاؤں سے تھوڑا سا آگے جا کے ایک دریا ہے راوی, ادھر یہ تقریباً ڈیرا ٹائپ کہہ لیں یا جگیوں ٹائپ کہہ لیں, وہاں سے جا کے ہم نے اسے پکڑا تھا. اسحاق نامی مجرم اس وقت حوالات میں ہے, لیکن اس نے چکمہ دینے کی بھرپور کوشش کی. موبائل آف کر کے اس کے بعد اپنی پلیسز چینج کرتا رہا, لیکن اس کے باوجود قانون کے ہاتھ اور قانون کی گرفت میں یہ یقیناً اس نے آنا تھا اور یہ آ چکا ہے. اب اس کو سزا دینا کورٹ کا فرض ہے. اس طرح کے بہت سے ملزمان ہمارے ارد گرد بھی موجود ہوتے ہیں, ان سے ہمیں بچنا بھی چاہیے
اور جہاں تک ہو پولیس سے مدد کر کے ایسے افراد کو قرار واقعی سزا دلانے میں ان کا ساتھ دینا چاہیے۔ پروگرام تفتیش کے ساتھ طارق حفیظ کو اجازت دیجیے، اللہ حافظ۔